श्री वाहिगुरु साहिब जी। सूरा सो पहचानिए जो लरै दीन के हेत। पुरजा पुरजा कट मरै कबहू ना छाड़ै खेत। जो तो प्रेम खिलन का चाओ सिर तर तली गली मुरियाओ। इत मार्ग पैर तरीजै सिर दीजै कान न कीजै। मरता मरता जग मुआ मर पी ना जानै कोय। ऐसी मरनी जो मरै बहुर ना मरना होय। डंडौत बंधन अनेक बार सर्ब कला समरथ। डोलन ते राखो प्रभु नानक दे कर हथ। परम सत्कारयोग सतगुरां दी साजी और निवाजी गुरमुख प्यारी साध संगत जी, आओ आपां सारे ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਕਲਯੁਗ ਦੇ ਸੱਚੇ ਗੁਰਦੇਵ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਸਰਬ ਧਰਮਾਂ ਦੇ ਸਾਂਝੇ ਰਹਿਬਰ ਸਮੁੱਚੀ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਜੁੜ ਕੇ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਾਸਰਿਆਂ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਕੀਰਤਨੀ ਜੱਥਾ ਭਾਈ ਸਾਹਿਬ ਭਾਈ ਰਣਜੋਤ ਸਿੰਘ ਜੀ ਫਰੀਦਕੋਟ ਵਾਲੇ ਆਪ ਜੀ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾ ਕੇ ਗਏ ਹਨ। ਉਹਨਾਂ ਤੋਂ ਬਾਅਦ ਸਮਾਂ ਮਿਲਿਆ ਗੁਰੂ ਬਖਸ਼ੀਸ਼ੋ ਜੀ ਮੁਤਾਬਕ ਚੱਲ ਰਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਔਰ ਅੱਜ ਦਾ ਜੋ ਦਿਹਾੜਾ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹਾਨਤਾ ਰੱਖਦਾ ਹੈ। ਅੱਜ ਦੇ ਦਿਹਾੜੇ ਸਿੱਖ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਸਿੱਖ ਰਾਜ ਦੀ ਨੀਂਹ ਰੱਖੀ, ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਦੇ ਨਾਲ ਨਾਲ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ
ਉਹਨਾਂ ਦੇ ਜੋ ਸਿੱਖ ਕੌਮ ਨੂੰ ਦੇਣ ਹੈ, ਉਸ ਦੀਆਂ ਵਿਚਾਰਾਂ ਸੰਖੇਪ ਰੂਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰਫਤਿਹ ਬੁਲਾ ਕੇ ਰਸਨਾ ਕਰੀਏ ਪਵਿੱਤਰ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਮਾਰੂ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1058 ਅੰਗ ਤੇ ਸੁਭਾਈਮਾਨ ਹੈ। ਸਤਿਗੁਰੂ ਮਹਾਰਾਜ ਜੀ ਕੀ ਬਖਸ਼ਿਸ਼ਾਂ ਕਰਦੇ ਹਨ ਅੱਜ ਦੇ ਪਾਵਨ ਸ਼ਬਦ ਦੇ ਵਿੱਚ। ਇੱਕ ਵਾਰੀ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਦੇਵੈ ਦੇਵਨਹਾਰਾ, ਤਿਸ ਆਗੈ ਨਹੀਂ ਕਿਸੈ ਕਾ ਚਾਰਾ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣਾ ਆਪ ਹੀ ਵਰਤਾ ਰਿਹਾ ਹੈ। ਉਹਦੇ ਕੋਲ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ ਹੈ, ਉਹ ਕਿਸੇ ਦੇ ਨਾਲ ਰਹਿਤ ਨਹੀਂ ਕਰਦਾ ਹੈ, ਆਪਣੇ ਹੁਕਮ ਦਾ ਖੁਦ ਮਾਲਕ ਹੈ। ਉਹ ਜਿਸ ਨੂੰ ਬਖਸ਼ੇ ਉਹਨੂੰ ਉਹ ਦਾਤਾਂ ਬਖਸ਼ ਦਿੰਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਉਹਨੇ ਸਾਰੀਆਂ ਦਾਤਾਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ। ਉਸ ਖਜ਼ਾਨੇ ਦਾ ਖੁਦ ਮਾਲਕ ਹੈ। ਉਸ ਖਜ਼ਾਨੇ ਦੇ ਵਿੱਚੋਂ ਸਾਰੇ ਜੀਵਾਂ ਨੂੰ ਉਹ ਦਾਤਾਂ ਵਰਤਾ ਰਿਹਾ ਹੈ। ਮੁੱਢ ਕਦੀਮ ਤੋਂ ਹੀ ਵਰਤਾਉਂਦਾ ਆ ਰਿਹਾ ਹੈ। ਕਦੇ ਉਹਦੇ ਖਜ਼ਾਨੇ ਵਿੱਚ ਕਦੇ ਤੋਟ ਨਹੀਂ ਆਈ। ਉਹਦੇ ਖਜ਼ਾਨੇ ਵਿੱਚ ਕਦੇ ਘਾਟਾ ਨਹੀਂ ਪਿਆ ਹੈ। ਉਹ ਤਾਂ ਸਮਾਂ ਜਿੰਨਾ ਵਰਤਾਉਂਦਾ ਓਨਾ ਵੱਧਦਾ ਹੀ ਜਾਂਦਾ ਹੈ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧਦੋ ਜਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਦਾਤਾਰ ਪਰਮੇਸ਼ਰ ਵਾਹਿਗੁਰੂ ਸਾਰੇ ਜੀਵਾਂ ਨੂੰ ਆਪ ਹੀ ਦਾਤਾਂ ਦੇ ਰਿਹਾ ਹੈ, ਔਰ ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ, ਕਿਸੇ ਦਾ ਕੋਈ ਚਾਰਾ ਨਹੀਂ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਵਿੱਚ ਵੀ ਕਹਿੰਦੇ ਨੇ ਕਿ ਜਿਸ ਠਾਕਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਐਸੇ ਸਤਿਗੁਰੂ ਦੇ ਅੱਗੇ, ਐਸੇ ਪ੍ਰਭੂ ਦੇ ਅੱਗੇ ਫਿਰ ਸਾਨੂੰ ਬੇਨਤੀ ਹੀ ਕਰਨੀ ਬਣਦੀ ਹੈ। ਆਪੇ ਬਖਸ਼ੇ ਸ਼ਬਦ ਮਿਲਾਏ, ਤਿਸ ਕਾ ਸ਼ਬਦ ਅਥਾਹ ਹੈ। ਉਹ ਆਪੇ ਹੀ ਕਿਰਪਾ ਕਰਕੇ ਆਪਣੇ ਸ਼ਬਦ ਦੇ ਨਾਲ ਮਿਲਾ ਲੈਂਦਾ ਹੈ, ਔਰ ਉਸ ਦਾ ਜਿਹੜਾ ਸ਼ਬਦ ਹੈ, ਉਸ ਦਾ ਜਿਹੜਾ ਹੁਕਮ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬਹੁਤ ਡੂੰਘਾ ਹੈ, ਬਹੁਤ ਆਗਾਧ ਬੋਧ ਹੈ। ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਜਿਸ ਨੂੰ ਲਾਏ ਲਹੈ ਸੋ ਲਾਗੈ, ਭਗਤ ਤੁਹਾਰਾ ਸੋਈ। ਜਿਸ ਨੂੰ ਸਤਿਗੁਰੂ ਕਿਰਪਾ ਕਰਕੇ ਆਪ ਲਾ ਲੈਣ, ਉਹੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ, ਔਰ ਆਪਣੀ ਮਰਜ਼ੀ ਦੇ ਨਾਲ ਆਪ ਹੀ ਸਾਰਿਆਂ ਨੂੰ ਦਾਤਾਂ ਵਰਤਾ ਰਿਹਾ ਹੈ। ਆਪੇ ਹੀ ਆਪਣੀ ਭਗਤੀ ਆਪ ਲਾ ਲੈਂਦਾ ਹੈ। ਜੀਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਸਰੀਰ
ਅਤੇ ਸਰੀਰ ਦੇ ਵਿੱਚ ਪਾਈ ਹੋਈ ਜੀਓ ਆਤਮਾ ਜੋ ਚੇਤਨ ਤੱਤ ਹੈ, ਮਹਾਰਾਜ ਜੀ ਕਹਿੰਦੇ ਇਹ ਮੇਰੇ ਮਾਲਕ ਪ੍ਰਭੂ ਦਾ ਹੈ। ਇਸ ਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ, ਇਹ ਮੈਨੂੰ ਬਖਸ਼ਣ ਵਾਲਾ ਕੋਈ ਹੋਰ ਨਹੀਂ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰੀ ਹੈ। ਉਹ ਮੇਰਾ ਮਾਲਕ ਏਡਾ ਜਿਹੜਾ ਜਠਰ ਅਗਨ ਦੇ ਵਿੱਚ ਵੀ ਮੇਰੀ ਰੱਖਿਆ ਕਰਦਾ ਹੈ, ਮੈਨੂੰ ਇਹ ਜਗਤ ਦਿਖਾਉਂਦਾ ਹੈ, ਇਹ ਜੀਓ ਪਿੰਡ ਸਭ ਕੁਝ ਮੈਨੂੰ ਬਖਸ਼ਿਸ਼ ਕੀਤਾ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਮੇਰਾ ਮਾਲਕ, ਉਹ ਮੇਰਾ ਠਾਕਰ ਹੈ, ਜਿਹੜਾ ਸਦਾ ਅਟਲ ਉਹ ਹੋਂਦ ਹੈ, ਹਸਤੀ ਹੈ, ਜਿਹਦੀ ਕਦੇ ਨਾਸ ਨਹੀਂ ਹੁੰਦਾ ਹੈ। ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਵੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ, ਗੁਰੂ ਦੇ ਵਚਨਾਂ ਦੇ ਨਾਲ ਜੁੜ ਕੇ ਹੀ ਪਾਇਆ ਹੈ। ਤੇ ਉਸ ਦਾ ਜਾਪ ਕਰਕੇ, ਉਸ ਦਾ ਸਿਮਰਨ ਕਰਕੇ, ਉਸ ਦੇ ਵਚਨਾਂ ਨੂੰ ਕਮਾ ਕੇ ਮੈਂ ਉਹਦੇ ਵਚਨਾਂ ਦੇ ਵਿੱਚ ਹੀ ਸਮਾ ਗਿਆ ਹਾਂ। ਕੱਲ ਵੀ ਸਰਵਣ ਕੀਤਾ ਸੀ ਕਿ ਭਗਤ ਪਿਆਰੇ ਪ੍ਰਭੂ ਦੇ ਵਿੱਚ ਅਭੇਦ ਹੋ ਕੇ ਉਸ ਦਾ ਆਨੰਦ ਮਾਣਦੇ ਨੇ, ਪਰ ਉਹ ਦੱਸ ਨਹੀਂ ਸਕਦੇ ਕਿ ਪ੍ਰਭੂ ਕਿੱਡਾ ਵੱਡਾ ਹੈ, ਉਸ ਦਾ ਹੁਕਮ ਕਿੱਥੇ ਤੱਕ ਹੈ, ਉਸ ਦਾ ਹੱਦ ਪਾਰਾਵਾਰ ਕੋਈ ਦੱਸ ਨਹੀਂ ਸਕਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਵੀ ਉਸ ਅਕਾਲ ਪੁਰਖ ਪਰਮੇਸ਼ਰ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਸ ਨੂੰ ਪ੍ਰਾਪਤ ਕੀਤਾ ਤੇ ਉਹਦੇ ਵਿੱਚ ਹੀ ਸਮਾ ਗਿਆ ਹਾਂ। ਜਿਸ ਤਰ੍ਹਾਂ ਸਿੱਖ ਕੌਮ ਦੇ ਮਹਾਨ ਜਰਨੈਲ, ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਗੁਰੂ ਦੇ ਦੀਦਾਰ ਹੋਏ, ਗੁਰੂ ਦੇ ਚਰਨਾਂ ਵਿੱਚ ਇਹੋ ਜਿਹਾ ਪਿਆਰ ਪਿਆ, ਇਹੋ ਜਿਹੀ ਅੰਮ੍ਰਿਤ ਦੀ ਖੰਡੇ ਬਾਟੇ ਦੀ ਪੌਲ ਲਈ, ਗੁਰੂ ਦੇ ਬਣ ਕੇ ਰਹਿ ਗਏ, ਗੁਰੂ ਦੇ ਵਚਨਾਂ ਤੋਂ ਕੁਰਬਾਨ ਹੋ ਗਏ। ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ 1708 ਈਸਵੀ ਦੇ ਵਿੱਚ ਮਾਧੋ ਦਾਸ ਬੈਰਾਗੀ ਦੇ ਰੂਪ ਦੇ ਵਿੱਚ ਜਾ ਕੇ ਉਸਦੇ ਨਾਲ ਮਿਲਾਪ ਕੀਤਾ। ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾਂ ਦਾ ਜੀਵਨ ਦੇਖੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਚਪਨ ਦੇ ਵਿੱਚ ਜੋ ਰਾਜਪੂਤ ਘਰਾਣੇ ਦੇ ਵਿੱਚ ਰਜੌਰੀ ਦੇ ਪੁੰਛ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦਾ ਜਨਮ 1670 ਈਸਵੀ ਨੂੰ ਰਾਮ ਜੀ ਦੇ ਘਰ ਹੋਇਆ, ਬਚਪਨ ਤੋਂ ਹੀ ਆਪ ਜੀ ਨੂੰ ਸ਼ਿਕਾਰ ਖੇਡਣ ਦਾ ਆਪਣੇ ਪਿਤਾ ਦੇ ਵਾਂਗ ਸ਼ੌਕ ਸੀ। ਇੱਕ ਦਿਨ ਜ਼ਿੰਦਗੀ ਦੇ ਵਿੱਚ ਐਸੀ ਘਟਨਾ ਵਾਪਰੀ, ਆਪ ਜੀ ਸ਼ਿਕਾਰ ਖੇਡ ਰਹੇ ਨੇ, ਇੱਕ ਦੇਖਿਆ ਕਿ ਦੂਰੋਂ ਝਾੜੀਆਂ ਹਿੱਲ ਰਹੀਆਂ ਨੇ, ਕੋਈ ਜਾਨਵਰ ਆ ਰਿਹਾ। ਨਿਸ਼ਾਨ ਦੇ ਇੰਨੇ ਮਾਹਰ ਸੀ ਕਿ ਦੂਰੋਂ ਤੀਰ ਮਾਰਿਆ, ਜਾਨਵਰ ਦਿਖਦਾ ਵੀ ਨਹੀਂ, ਝਾੜੀਆਂ ਹਿੱਲਦੀਆਂ ਨੇ ਤੇ ਤੀਰ ਉਸ ਜਾਨਵਰ ਦੇ ਪੇਟ ਦੇ ਆਰ ਪਾਰ ਹੋ ਗਿਆ। ਨੇੜੇ ਜਾ ਕੇ ਦੌੜ ਕੇ ਦੇਖਿਆ, ਉਹ ਜਾਨਵਰ ਹਿਰਨੀ ਸੀ। ਜੋ ਹਿਰਨੀ ਸੀ ਉਹ ਗਰਭਵਤੀ ਸੀ, ਉਸ ਨੇ ਕੁਝ ਦਿਨਾਂ ਬਾਅਦ ਹੀ ਆਪਣੇ ਬੱਚਿਆਂ ਨੂੰ ਜਨਮ ਦੇਣਾ ਸੀ। ਹੁਣ ਉਹ ਹਿਰਨੀ ਮਾਧੋ ਦਾਸ ਬੈਰਾਗੀ ਦੇ ਸਾਹਮਣੇ ਤੜਪ ਤੜਪ ਕੇ ਪ੍ਰਾਣ ਤਿਆਗ ਦਿੱਤੇ। ਜੋ ਉਹਦੇ ਪੇਟ ਦੇ ਵਿੱਚ ਬੱਚੇ ਸੀ ਉਹਨਾਂ ਨੇ ਵੀ ਤੜਪ ਤੜਪ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਘਟਨਾ ਦਾ ਅਸਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਕਿ ਅੱਜ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ। ਹਿਰਨੀ ਦਾ ਸ਼ਿਕਾਰ ਕੀਤਾ, ਨਾਲ ਇਹਦੇ ਬੱਚੇ ਜਿਨ੍ਹਾਂ ਨੇ ਅਜੇ ਜਨਮ ਵੀ ਨਹੀਂ ਸੀ ਲਿਆ, ਉਹਨਾਂ ਨੂੰ ਵੀ ਮੈਂ ਮੌਤ ਦੇ ਘਾਟ ਉਤਾਰ ਦਿੱਤਾ। ਸੱਚਮੁੱਚ ਜਦੋਂ ਇਨਸਾਨ ਦੇ ਮਨ ਦੇ ਵਿੱਚ ਦਇਆ ਆ ਜਾਂਦੀ ਹੈ ਨਾ, ਸਮਝੋ ਹੁਣ ਧਰਮ ਦੀ ਸ਼ੁਰੂਆਤ ਹੈ। ਉਹ ਇਨਸਾਨ ਧਰਮੀ ਬਣਨ ਦਾ ਹੱਕਦਾਰ ਹੈ
ਜਿਹਦੇ ਹਿਰਦੇ ਦੇ ਵਿੱਚ ਦਇਆ ਆ ਜਾਵੇ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਆਖਿਆ ਕਿ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਜਿਹੜੀ ਦਇਆ ਹੈ ਇਹ ਧਰਮ ਦੀ ਦਾਤੀ ਹੈ। ਜਿਸ ਹਿਰਦੇ ਵਿੱਚ ਦਇਆ ਨਹੀਂ ਉਹ ਧਰਮੀ ਨਹੀਂ ਹੋ ਸਕਦਾ ਹੈ। ਤੁਲਸੀਦਾਸ ਜੀ ਕਹਿੰਦੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਆਖਿਆ ਕਿ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਇਹ ਦਇਆ ਦਾ ਪੁੱਤਰ ਹੈ। ਅੱਜ ਕੱਲ੍ਹ ਇਨਸਾਨ ਜੀਵਨ ਦੇ ਗਲ ਵੱਢ ਕੇ ਖਾਂਦਾ ਹੈ ਤੇ ਆਪਣੇ ਆਪ ਨੂੰ ਧਰਮੀ ਵੀ ਅਖਵਾਉਂਦਾ ਹੈ। ਭਗਤਾਂ ਨੇ ਬਾਣੀ ਵਿੱਚ ਲਿਖਿਆ ਕਿ ਤੂੰ ਇੰਨੀ ਗੱਲ ਕਹਿੰਦਾ ਕਿ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਵਸਦਾ ਹੈ। ਜੇ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਵਸਦਾ ਹੈ, ਜੋ ਸਭ में एक खुदाई कहत है तो क्यों मुर्गी मारा। ਫਿਰ ਆਪਣੇ ਜੀਵ ਦੇ ਸਵਾਦ ਵਾਸਤੇ ਮੁਰਗੀ ਮਾਰ ਕੇ ਕਿਉਂ ਖਾਣਾ? ਉਹਦੇ ਵਿੱਚ ਨਹੀਂ ਖੁਦਾ ਵਸਦਾ। ਮਹਾਰਾਜ ਜੀ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ ਤੂੰ ਜੀਵਾਂ ਤੇ ਤਰਸ ਕਰੇ ਤੈਨੂੰ ਘਰ ਬੈਠਿਆਂ 68 ਤੀਰਥਾਂ ਦਾ ਫਲ ਮਿਲ ਸਕਦਾ। ਅੱਜ ਮਾਧੋ ਦਾਸ ਬੈਰਾਗੀ ਬੜਾ ਗਹਿਰਾ ਅਸਰ ਹੋਇਆ। ਸ਼ਿਕਾਰ ਛੱਡ ਦਿੱਤਾ, ਪੱਥਾ ਛੱਡ ਦਿੱਤਾ, ਤੀਰ ਤੋੜ ਦਿੱਤੇ, ਸਾਧੂਆਂ ਦੇ ਡੇਰੇ ਜਾ ਕੇ ਬੈਰਾਗੀ ਹੋ ਗਿਆ। ਕਈ ਸਾਧੂਆਂ ਦੇ ਕੋਲ ਜਾ ਕੇ ਰਹਿਣਾ ਕੀਤਾ। ਅਖੀਰ ਨੰਦੇੜ ਸਾਹਿਬ ਦੀ ਧਰਤੀ ਤੇ ਜਾ ਕੇ ਬੈਰਾਗੂ ਸਾਧੂਆਂ ਦੇ ਡੇਰੇ ਵਿੱਚ ਕਾਫੀ ਲੰਮਾ ਸਮਾਂ ਸੇਵਾ ਕੀਤੀ। ਉਹ ਜਿਹੜਾ ਗੁਰੂ ਸੀ ਉਹ ਤਾਂਤਰਿਕ ਸੀ, ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਮਾਧੋ ਦਾਸ ਦੀ ਸੇਵਾ ਤੋਂ ਖੁਸ਼ ਹੋ ਕੇ ਉਸਨੇ ਗੱਦੀ ਦਾ ਮਾਲਕ ਥਾਪ ਦਿੱਤਾ। ਰਿੱਧੀਆਂ ਸਿੱਧੀਆਂ ਆ ਗਈਆਂ, ਹੰਕਾਰੀ ਹੋ ਗਿਆ। ਹੁਣ ਉਹ ਉਸਨੇ ਇੱਕ ਪਲੰਘ ਬਣਾਇਆ ਆਪਣੇ ਡੇਰੇ ਦੇ ਵਿੱਚ। ਸਾਧੂਆਂ ਨੂੰ ਬੁਲਾਉਂਦਾ, ਬੜਾ ਸਤਿਕਾਰ ਕਰਦਾ ਤੇ ਪਲੰਘ ਤੇ ਬੈਠਣ ਵਾਸਤੇ ਕਹਿੰਦਾ। ਜਦੋਂ ਉਹ ਪਲੰਘ ਤੇ ਬੈਠ ਜਾਂਦੇ ਤਾਂ ਰਿੱਧੀਆਂ ਸਿੱਧੀਆਂ ਦੇ ਨਾਲ ਪਲੰਘ ਨੂੰ ਜ਼ਮੀਨ ਤੋਂ ਉੱਪਰ ਉਠਾਉਂਦੇ, ਉੱਚਾ ਲਿਜਾ ਕੇ ਮੁੱਢਾ ਮਾਰ ਦਿੰਦੇ ਤੇ ਸਾਧੂਆਂ ਨੂੰ ਥੱਲੇ ਸੁੱਟ ਦਿੰਦਾ। ਫਿਰ ਖੜਖੜਾ ਕੇ ਹੱਸਦਾ। ਅੱਜ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਅੱਜ ਮਾਧੋ ਦਾਸ ਬੈਰਾਗੀ ਦੇ ਡੇਰੇ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਤਖਤ ਤੇ ਬੈਠ ਗਏ। ਮਾਧੋ ਦਾਸ ਕਿਤੇ ਬਾਹਰ ਗਿਆ। ਚੇਲੇ ਦੌੜ ਕੇ ਗਏ ਕਿ ਮਹਾਰਾਜ ਇੱਕ ਕੋਈ ਸਾਧੂ ਆਇਆ ਜੋ ਘੋੜਿਆਂ ਤੇ ਸਵਾਰ ਹੋ ਕੇ ਆਏ ਨੇ, ਜਿਨ੍ਹਾਂ ਦੇ ਨਾਲ ਬੜੇ ਲੰਮੇ ਲੰਮੇ ਕੱਦ ਦੇ ਚੇਲੇ ਨੇ ਤੇ ਬੜੇ ਸੁੰਦਰ ਸਰੂਪ ਨੇ ਉਹਨਾਂ ਦੇ, ਦਗਦਗ ਕਰਦੇ ਚਿਹਰੇ। ਉਹ ਆਪਣੇ ਡੇਰੇ ਵਿੱਚ ਆ ਕੇ ਤਖਤ ਤੇ ਬੈਠ ਗਏ ਨੇ। ਮਾਧੋ ਦਾਸ ਦੌੜਿਆ ਆਇਆ, ਆ ਕੇ ਦੂਰੋਂ ਹੀ ਰਿੱਧੀਆਂ ਸਿੱਧੀਆਂ ਵਰਤਣ ਲੱਗਿਆ ਕਿ ਕਲਗੀਧਰ ਨੂੰ ਵੀ ਮੈਂ ਹੁਣ ਇਹਨਾਂ ਦਾ ਵੀ ਪਲਟਾ ਦੇਣਾ ਹੈ। ਪਰ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਸਾਹਮਣੇ ਉਸ ਦੀ ਇੱਕ ਵੀ ਰਿੱਧੀ ਸਿੱਧੀ ਕੰਮ ਨਾ ਕਰ ਸਕੀ। ਕਾਫੀ ਸਮਾਂ ਲੱਗਿਆ ਰਿਹਾ। ਫਿਰ ਆ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਟਹਿ ਪਿਆ। ਸਤਿਗੁਰੂ ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਤੋਂ ਭੁੱਲ ਹੋ ਗਈ। ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਪੁੱਛਣਾ ਕੀਤਾ ਕਿ ਤੂੰ ਕੌਣ ਹੈ। ਉਹਦੇ ਭਾਗ ਜਾਗੇ, ਜਿਵੇਂ ਜੋਗੇ ਦੇ ਭਾਗ ਜਾਗੇ ਸੀ। ਮਹਾਰਾਜ ਨੇ ਪੁੱਛਿਆ ਸੀ ਕੀ ਨਾਂ ਤੇਰਾ? ਕਹਿੰਦਾ ਜੀ ਮੈਂ ਜੋਗਾ। ਕਹਿੰਦੇ ਕਿਹਦੇ ਜੋਗਾ? ਕਹਿੰਦਾ ਜੀ ਮਹਾਰਾਜ ਮੈਂ ਤੇਰੇ ਜੋਗਾ। ਅੱਜ ਇਸ ਸਾਧੂ ਨੂੰ ਪੁੱਛਿਆ, ਮਹਾਰਾਜ ਕਹਿੰਦੇ ਤੂੰ ਕੌਣ ਹੈ? ਕਹਿੰਦਾ ਜੀ ਮੈਂ ਬੰਦਾ। ਕਹਿੰਦੇ ਕਿਹਦਾ ਬੰਦਾ? ਕਹਿੰਦਾ ਜੀ ਮੈਂ ਤੁਹਾਡਾ ਬੰਦਾ ਹਾਂ। ਮਹਾਰਾਜ ਕਹਿੰਦੇ ਜੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਛਕਾਈ। ਮਾਧੋ ਦਾਸ ਬੈਰਾਗੀ ਤੋਂ ਨਾਮ ਬਦਲ ਕੇ ਗੁਰਬਖਸ਼ ਸਿੰਘ ਰੱਖਿਆ, ਪਰ ਉਸ ਦਾ ਪ੍ਰਚਲਿਤ ਨਾਮ ਬੰਦਾ ਸਿੰਘ ਬਹਾਦਰ ਇਤਿਹਾਸ ਦੇ ਵਿੱਚ ਆਇਆ। ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ
ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵਾਰਤਾ ਸਰਵਣ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦੀ ਵਾਰਤਾ ਸਰਵਣ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਉਬਲ ਉੱਠਿਆ। ਸਤਿਗੁਰੂ ਮਹਾਰਾਜ ਤੋਂ ਆਗਿਆ ਮੰਗੀ ਕਿ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਉਸ ਵਜ਼ੀਰ ਖਾਨ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣਾ ਹੈ ਜਿਹਨੇ ਛੋਟੇ ਛੋਟੇ ਬੱਚਿਆਂ ਤੇ ਤਰਸ ਨਹੀਂ ਖਾਧਾ, ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਤੋਂ ਥਾਪੜਾ ਲੈ ਕੇ ਸਤਿਗੁਰੂ ਮਹਾਰਾਜ ਜੀ ਨੇ ਤੀਰ ਬਖਸ਼ੇ, ਸਿੰਘ ਬਖਸ਼ਿਸ਼ ਕੀਤੇ, ਜੱਥਾ ਲੈ ਕੇ ਨੰਦੇੜ ਸਾਹਿਬ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਆਇਆ। ਬਹੁਤ ਸਾਰੇ ਇਲਾਕਿਆਂ ਨੂੰ ਜਿੱਤਦਾ ਹੋਇਆ, ਫਤਿਹ ਕਰਦਾ ਹੋਇਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪਹੁੰਚਿਆ, ਜਿੱਥੇ ਆ ਕੇ ਵਜ਼ੀਰ ਖਾਨ ਦੀਆਂ ਫੌਜਾਂ ਨੇ ਅੱਗੇ ਰੋਕਣਾ ਕੀਤਾ। ਪਰ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦੀ ਫੌਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੁਣ ਉਹਨਾਂ ਦੀ ਪਵਿੱਤਰ ਸੋਚ ਨੂੰ ਦੇਖ ਕੇ ਮੁਸਲਮਾਨ ਵੀ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਚੁੱਕੇ ਸੀ, ਹਿੰਦੂ ਵੀ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਚੁੱਕੇ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜੀ ਦੇ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜ ਚੁੱਕੀਆਂ ਸੀ। ਤੇ ਹੁਣ ਉਹ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਖੂਨ ਉਬਾਲੇ ਮਾਰਦਾ ਹੈ, ਵਜ਼ੀਰ ਖਾਨ ਦੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬਹੁਤਾ ਚਿਰ ਅਟਕ ਨਹੀਂ ਸਕੀ। ਵਜ਼ੀਰ ਖਾਨ ਦੀ ਮੌਤ ਹੋਈ। ਫੌਜਾਂ ਜਦੋਂ ਜਰਨੈਲ ਮਰ ਜਾਵੇ, ਮੈਦਾਨੇ ਜੰਗ ਦੇ ਵਿੱਚ ਜਰਨੈਲ ਤੋਂ ਬਿਨਾਂ ਫੌਜ ਫਿਰ ਨਿਹੱਥੀ ਹੋ ਜਾਂਦੀ ਹੈ। ਉਸ ਦੇ ਜਿਗਰੇ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਫੌਜ ਵਾਪਸ ਦੌੜ ਗਈ, ਭੱਜ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਵਿੱਚ ਆਉਣਾ ਕੀਤਾ। ਆ ਕੇ ਸਾਰੀ ਸਰਹੰਦ ਦੀਆਂ ਉਹਨਾਂ ਦੀ ਜਿਹੜੀਆਂ ਅਟਾਰੀਆਂ ਸੀ ਉਹ ਢਹਿ ਢੇਰੀ ਕਰ ਦਿੱਤੀਆਂ। ਪੰਜਾਬ ਦੇ ਵਿੱਚ ਜ਼ਿਮੀਂਦਾਰ ਤਾਂ ਸੀ, ਪਰ ਉਹਨਾਂ ਨੂੰ ਜ਼ਮੀਨਾਂ ਦੀ ਮਾਲਕੀ ਨਹੀਂ ਸੀ। ਜ਼ਮੀਨਾਂ ਵਾਹੁੰਦੇ ਸੀ ਪਰ ਮਾਲਕੀ ਨਹੀਂ ਸੀ। ਜਦੋਂ ਜ਼ਮੀਨ ਦੇ ਵਿੱਚ ਫਸਲ ਵੱਢਣ ਦਾ ਸਮਾਂ ਆਉਂਦਾ ਸੀ ਤਾਂ ਆ ਕੇ ਮੁਗਲ ਫੌਜਾਂ ਉਹ ਫਸਲ ਲੈ ਜਾਂਦੀਆਂ ਸੀ। ਜ਼ਿਮੀਂਦਾਰਾਂ ਤੋਂ ਕੇਵਲ ਮਜ਼ਦੂਰੀ ਕਰਾਈ ਜਾਂਦੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਨੂੰ ਉਹਨਾਂ ਦੇ ਜ਼ਮੀਨਾਂ ਦੇ ਹੱਕ ਦਿਵਾਏ, ਉਹਨਾਂ ਦੀ ਮਾਲਕੀ ਦਿਵਾਈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਮਨਾ ਤੋਂ ਲੈ ਕੇ ਰਾਵੀ ਤੱਕ 6 ਸਾਲ ਰਾਜ ਕੀਤਾ। ਅਖੀਰ ਸਮਾਂ ਥੋੜਾ ਬਾਬਾ ਜੀ ਦੀ ਸ਼ਹਾਦਤ ਦੀ ਗੱਲ ਕਰਨੀ ਹੈ। ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ 750 ਸਿੰਘਾਂ ਦੇ ਸਮੇਤ, ਕਿਉਂਕਿ ਸਿੰਘਾਂ ਦੇ ਵਿੱਚ ਇੱਥੇ ਕੁਝ ਵਿਵਾਦ ਵੀ ਹੋਇਆ, ਬਾਬਾ ਵਿਨੋਦ ਸਿੰਘ ਜੀ ਇੱਥੋਂ ਨਾਰਾਜ਼ ਹੋ ਕੇ ਚਲੇ ਵੀ ਗਏ। ਆਪਸ ਵਿੱਚ ਖਾਲਸਾ ਫੁੱਟ ਦਾ ਸ਼ਿਕਾਰ ਵੀ ਹੋਇਆ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਆਖਰੀ ਦਮ ਤੱਕ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜੇ ਰਹੇ। ਗੁਰਦਾਸ ਨੰਗਲ ਦੀ ਗੜੀ ਤੋਂ ਬਾਬਾ ਜੀ ਨੂੰ ਗ੍ਰਿਫਤਾਰ ਕੀਤਾ। ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਹਾਥੀ ਦੇ ਉੱਤੇ ਉਹ ਪਿੰਜਰਾ ਬੰਨ੍ਹਿਆ ਗਿਆ। ਜਲੂਸ ਦੀ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ 750 ਸਿੰਘ ਜਿਉਂਦਾ। ਇਤਿਹਾਸ ਦੱਸਦਾ 2000 ਗੱਡਾ ਸਿੰਘਾਂ ਦੇ ਸਿਰਾਂ ਦਾ ਸਿਰ ਵੱਢ ਕੇ ਗੱਡਿਆਂ ਤੇ ਲੱਦੇ ਹੋਏ ਨੇ। ਤੇ ਇਹ ਜਲੂਸ ਦੀ ਨਗਰ ਦੇ ਵਿੱਚ ਦਿੱਲੀ ਬਾਬਾ ਜੀ ਨੂੰ ਲੈ ਕੇ ਗਏ। 3 ਮਹੀਨੇ ਬਹੁਤ ਅੱਤ ਦਾ ਜ਼ਬਰ ਕੀਤਾ ਗਿਆ। ਹਰ ਰੋਜ਼ 100 ਸਿੰਘਾਂ ਦਾ ਜੱਥਾ ਕਤਲ ਕੀਤਾ ਜਾਂਦਾ, ਸ਼ਹੀਦ ਕੀਤਾ ਜਾਂਦਾ। ਫਰਕਸ਼ੀਅਰ ਬਾਦਸ਼ਾਹ ਅੱਤ ਦਾ ਜ਼ੁਲਮ ਢਾ ਰਿਹਾ ਹੈ ਸਿੰਘਾਂ ਤੇ।
ਇਤਿਹਾਸ ਦੱਸਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਵਿੱਚ ਇੱਕ 13-14 ਸਾਲ ਦਾ ਨੌਜਵਾਨ, ਜਿਸ ਦਾ ਪਿਤਾ ਚੜ੍ਹਾਈ ਕਰ ਚੁੱਕਿਆ ਹੈ ਤੇ ਆਪਣੀ ਮਾਂ ਦਾ ਇਕੱਲਾ ਪੁੱਤਰ ਹੈ, ਉਸ ਦੀ ਮਾਂ ਬਾਦਸ਼ਾਹ ਦੇ ਕੋਲ ਗਈ, ਕਹਿਣ ਲੱਗੀ, ਬਾਦਸ਼ਾਹ ਮੇਰੇ ਬੱਚੇ ਨੂੰ ਛੱਡ ਦਿਓ, ਮੇਰਾ ਬੱਚਾ ਨਿਰਦੋਸ਼ ਹੈ। ਬਾਦਸ਼ਾਹ ਕਹਿੰਦੇ ਤੇਰੇ ਬੱਚੇ ਨੂੰ ਛੱਡ ਦਿਆਂਗੇ ਜੋ ਇੱਕ ਵਾਰੀ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ। ਜਦੋਂ ਬੱਚੇ ਨੂੰ ਬੁਲਾਇਆ ਗਿਆ, ਕਹਿੰਦੇ ਤੇਰੀ ਰਿਹਾਈ ਹੋ ਜਾਵੇਗੀ ਜੇ ਤੂੰ ਇੱਕ ਵਾਰੀ ਬਾਦਸ਼ਾਹ ਦੇ ਸਾਹਮਣੇ ਕਹਿ ਦੇਵੇਂ ਕਿ ਮੈਂ ਸਿੱਖ ਨਹੀਂ ਹਾਂ। ਧੰਨ ਸੀ ਕਲਗੀਧਰ ਮਹਾਰਾਜ ਦੇ ਸੂਰਬੀਰ ਯੋਧੇ, ਉਹ ਜਲਾਦਾਂ ਨੂੰ ਮੁਕਤੀਦਾਤਾ ਦੱਸ ਰਹੇ ਨੇ। ਕਹਿੰਦੇ ਮੁਕਤੀਦਾਤਾ ਮੇਰਾ ਨੰਬਰ ਜਲਦੀ ਲਾ, ਮੈਨੂੰ ਜਲਦੀ ਸ਼ਹੀਦ ਕਰ। ਉਹ ਨੌਜਵਾਨ ਸਿੰਘ ਕਹਿਣ ਲੱਗਿਆ, ਕਹਿੰਦੇ ਬਾਦਸ਼ਾਹ ਮੈਂ ਤਾਂ ਕਲਗੀਧਰ ਦਾ ਸਿੰਘ ਹਾਂ, ਮੇਰੀ ਮਾਂ ਝੂਠ ਬੋਲ ਰਹੀ ਹੈ, ਇਹਦੇ ਅੰਦਰ ਮਮਤਾ ਉਛਾਲੇ ਮਾਰਦੀ ਹੈ। ਮਮਤਾ ਦੇ ਵਿੱਚ ਅੰਨੀ ਹੋ ਕੇ ਇਹ ਭੁੱਲ ਗਈ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ। ਉਹ ਜਨਮਦਾਤੇ ਮੁਕਤੀ ਦੇ, ਕਿਰਪਾ ਕਰ ਮੈਨੂੰ ਜਲਦੀ ਸ਼ਹੀਦ ਕਰ, ਮੈਂ ਵੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਦੇ ਵਿੱਚ ਜਾਣਾ ਹੈ। ਧੰਨ ਸੀ ਗੁਰੂ ਦੇ ਪਿਆਰੇ, ਅੱਜ ਬਾਬਾ ਬੰਦਾ ਸਿੰਘ ਬਹਾਦਰ ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਲੇ ਚੋਂ ਬਾਹਰ ਲਿਆਂਦਾ, ਪਿੰਜਰੇ ਚੋਂ ਬਾਹਰ ਕੱਢਿਆ ਗਿਆ, ਜਲਾਦਾਂ ਨੇ ਸਾਹਮਣੇ ਬਿਠਾਇਆ। ਪੌਣੇ 4 ਸਾਲ ਦਾ ਬੇਟਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਲਿਆਂਦਾ। ਕਹਿਣ ਲੱਗੇ, ਬੰਦਾ ਸਿੰਘ ਆਪਣੇ ਬੱਚੇ ਦਾ ਪੇਟ ਚੀਰ ਕੇ ਦੇ ਵਿੱਚੋਂ ਕਾਲਜਾ ਕੱਢ। ਬੰਦਾ ਸਿੰਘ ਬਹਾਦਰ ਕਹਿੰਦਾ, ਗੁਰੂ ਕੇ ਖਾਲਸੇ ਦਾ ਕੰਮ ਨਹੀਂ ਬੱਚੇ ਤੇ ਜ਼ੁਲਮ ਕਰਨਾ। ਮੇਰਾ ਭਾਵੇਂ ਕੀ ਚਾਹੇ ਕਿਸੇ ਦਾ ਵੀ ਬੱਚਾ ਹੁੰਦਾ, ਗੁਰੂ ਦਾ ਖਾਲਸਾ ਬੱਚੇ ਤੇ ਜ਼ੁਲਮ ਨਹੀਂ ਕਰਦਾ। ਗੁਰੂ ਦਾ ਖਾਲਸਾ ਇਸਤਰੀ ਤੇ ਜ਼ੁਲਮ ਨਹੀਂ ਕਰਦਾ। ਗੁਰੂ ਦਾ ਖਾਲਸਾ ਨਿਹੱਥੇ ਤੇ ਜ਼ੁਲਮ ਨਹੀਂ ਕਰਦਾ। ਗੁਰੂ ਦਾ ਖਾਲਸਾ ਭੱਜੇ ਜਾਂਦੇ ਤੇ ਜ਼ੁਲਮ ਨਹੀਂ ਕਰਦਾ। ਕਹਿੰਦੇ ਪਰ ਜੇ ਤੂੰ ਨਹੀਂ ਕਰੇਗਾ ਅਸੀਂ ਕਤਲ ਕਰ ਦੇਵਾਂਗੇ ਤੇਰੇ ਬੱਚੇ ਨੂੰ। ਜੇ ਆਪਣੇ ਬੱਚੇ ਦੀ ਜਾਨ ਚਾਹੁੰਦਾ ਤਾਂ ਤੂੰ ਮੁਸਲਮਾਨ ਬਣ ਜਾ। ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ, ਮੈਂ ਆਪਣਾ ਧਰਮ ਤਬਦੀਲ ਨਹੀਂ ਕਰਾਂਗਾ। ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੱਸਦਾ, ਜ਼ਾਲਮਾਂ ਨੇ ਬੱਚੇ ਦਾ ਪੇਟ ਚੀਰਿਆ, ਪੇਟ ਚੀਰ ਕੇ ਉਸ ਦੇ ਵਿੱਚੋਂ ਤੜਪਦਾ ਦਿਲ ਕੱਢਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ, ਉਸ ਨੂੰ ਜ਼ਾਲਮਾਂ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਦੱਸੋ ਹੁਣ ਕੀ ਮਹਿਸੂਸ ਕਰ ਰਹੇ ਹੋ? ਤੁਹਾਡੇ ਬੱਚੇ ਦਾ ਕਾਲਜਾ ਕੱਢ ਕੇ ਤੁਹਾਡੇ ਮੂੰਹ ਦੇ ਵਿੱਚ ਪਾਇਆ, ਕਿੱਦਾਂ ਲੱਗ ਰਿਹਾ? ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ, ਜ਼ਾਲਮਾਂ ਮੈਨੂੰ ਇੰਝ ਮਹਿਸੂਸ ਹੋਣ ਲੱਗਿਆ ਕਿ ਅੱਜ ਮੇਰੇ ਵਿਆਹ ਦਾ ਦਿਨ ਹੈ, ਮੇਰੀ ਸ਼ਾਦੀ ਮੌਤ ਰੂਪੀ ਲਾੜੀ ਦੇ ਨਾਲ ਹੋਣੀ ਹੈ, ਤੇ ਸ਼ਾਦੀ ਦੇ ਸਮੇਂ ਮੂੰਹ ਦੇ ਵਿੱਚ ਲੱਡੂ ਪਾਏ ਜਾਂਦੇ ਨੇ। ਮੈਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਤੁਸੀਂ ਮੇਰੇ ਮੂੰਹ ਦੇ ਵਿੱਚ ਲੱਡੂ ਪਾ ਰਹੇ ਹੋ। ਧੰਨ ਕਲਗੀਆਂ ਵਾਲਿਆ, ਧੰਨ ਤੇਰੀ ਸਿੱਖੀ, ਕਿਹੋ ਜਿਹਾ ਜੇਰਾ ਗੁਰੂ ਦੇ ਪਿਆਰਿਆਂ ਦਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਜਮੂਰਾਂ ਦੇ ਨਾਲ ਤੋੜਿਆ ਗਿਆ, ਲਾਲ ਜਮੂਰਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਹੁੰ ਖਿੱਚੇ ਗਏ। ਇੱਕ ਲੱਤ ਵੱਢੀ ਗਈ, ਦੂਜੀ ਲੱਤ ਵੱਢੀ, ਕੋ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ, ਧੜ ਦੇ ਨਾਲੋਂ ਸੀਸ ਜੁਦਾ ਕਰ ਦਿੱਤਾ। ਪਰ ਧੰਨ ਸੀ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦਾ ਸਿੱਖ ਅਖੀਰਲੇ ਦਮ ਤੱਕ ਅਡੋਲ ਰਿਹਾ, ਡੋਲਿਆ ਨਹੀਂ। ਇਹ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਿੱਖਾਂ ਦਾ ਇਤਿਹਾਸ ਹੈ। ਕੌਮਾਂ ਉਹ ਜਹਾਨ ਵਿੱਚ ਜਿਉਂਦੀਆਂ ਨੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਅੰਤ ਪੈਂਦਾ ਇਹ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਅੱਜ ਫਰਕਸ਼ੀਅਰ ਬਾਦਸ਼ਾਹ ਨੂੰ ਲਾਹਣਤਾਂ ਪੈਂਦੀਆਂ ਨੇ, ਬਾਦਸ਼ਾਹ ਔਰੰਗਜ਼ੇਬ ਨੂੰ ਲਾਹਣਤਾਂ ਪੈਂਦੀਆਂ ਨੇ,
ਪਰ ਧੰਨ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦਾ ਜਸ ਸਟੇਜਾਂ ਤੇ ਗਾਇਆ ਜਾਂਦਾ ਹੈ। ਗੁਰੂ ਅਮਰ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਦੇ ਨਾਲ ਜੁੜ ਕੇ ਉਹ ਵੀ ਅਮਰ ਹੋ ਗਏ। ਰਹਿੰਦੀ ਦੁਨੀਆ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਸ ਗਾਇਆ ਜਾਵੇਗਾ। ਜੇ ਕਿਤੇ ਮਾਧੋ ਰਾਮ ਰਹਿ ਕੇ ਮਰ ਜਾਂਦਾ, ਉਹਨੂੰ ਦੁਨੀਆ ਦੇ ਵਿੱਚ ਕਿਸੇ ਨੇ ਜਾਣਨਾ ਨਹੀਂ ਸੀ, ਪਰ ਉਹ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੀ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਦੇ ਨਾਲ ਜੁੜ ਗਿਆ, ਸ਼ਹਾਦਤ ਦਾ ਜਾਮ ਪੀ ਗਿਆ, ਉਹ ਅਮਰ ਹੋ ਗਿਆ। ਧੰਨ ਬਾਬਾ ਬੰਦਾ ਸਿੰਘ ਬਹਾਦਰ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਦੀ ਪਾਵਨ ਪਵਿੱਤਰ ਸ਼ਹਾਦਤ, ਉਹਨਾਂ ਦੇ ਬੱਚੇ ਅਜੈਬ ਸਿੰਘ ਦੀ ਸ਼ਹਾਦਤ ਅਤੇ ਉਹਨਾਂ ਦੇ ਨਾਲ ਸੈਂਕੜੇ ਸ਼ਹੀਦਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਵੀ ਸਿੱਖੀ ਸੇਵਕੀ ਧਰਮ ਕਮਾਉਣ ਦਾ ਸਤਿਗੁਰੂ ਮਹਾਰਾਜ ਜੀ ਬਲ ਬਖਸ਼ਿਸ਼ ਕਰਨ। ਅਸੀਂ ਵੀ ਅੰਦਰੋਂ ਬਾਹਰੋਂ ਨਿਰੋਲ ਗੁਰੂ ਦੇ ਖਾਲਸੇ, ਗੁਰੂ ਦੇ ਸਿੱਖ ਬਣ ਸਕੀਏ। ਸਤਿਗੁਰੂ ਮਹਾਰਾਜ ਸਾਡੇ ਤੇ ਰਹਿਮਤਾਂ ਕਰਨ। ਜਿੰਨੀਆਂ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ, ਗੁਰੂ ਮਹਾਰਾਜ ਸਭ ਦੀ ਹਾਜ਼ਰੀ ਚਰਨਾਂ ਵਿੱਚ ਪ੍ਰਵਾਨ ਕਰਨ। ਇਤਿਹਾਸ ਵਿਚਾਰਦਿਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹੈ, ਕਿਰਪਾ ਕਰਕੇ ਭੁੱਲਾਂ ਬਖਸ਼ ਲੈਣੀਆਂ ਜੀ। ਅਗਲਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਬਲਵੰਤ ਸਿੰਘ ਜੀ ਰਪਾਲੋਂ, ਉਹਨਾਂ ਦੇ ਢਾਡੀ ਸਾਥੀ ਦਿਆਲਪੁਰੀ ਸਾਹਿਬ, ਮੰਗਲ ਸਿੰਘ ਜੀ ਅਤੇ ਮਾਹੀ ਸਾਹਿਬ ਆਪ ਜੀ ਨੂੰ ਗੁਰੂ ਇਤਿਹਾਸ ਅਤੇ ਢਾਡੀ ਵਾਰਾਂ ਸੁਣਾ ਕੇ ਨਿਹਾਲ ਕਰਨਗੇ। ਦਾਸਰਿਆਂ ਨੂੰ ਛੁੱਟੀਆਂ ਬਖਸ਼ੋ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।